ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਵਾਰ ਫੇਰ ਤੋਂ ਤੁਹਾਡੇ ਸਾਹਮਣੇ ਪਰਮੇਸ਼ਰ ਦੇ ਵਚਨ ਨੂੰ ਪੇਸ਼ ਕਰਨ ਦਾ ਮੌਕਾ ਦਿੱਤਾ ਹੈ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਮੱਤੀ ਦੀ ਅੰਜੀਲ ਦੇ 5 ਅਧਿਆਇ ਦੀ 43 ਆਇਤ ਤੋਂ ਲੈ ਕੇ 47 ਆਇਤ ਤੱਕ ਦੇ ਵਚਨਾਂ ਨੂੰ ਅਧਿਐਨ ਕਰ ਰਹੇ ਸੀ। ਇਸ ਦੇ ਵਿੱਚ ਅਸੀਂ ਜਾਣਿਆ ਕਿ ਬਾਈਬਲ ਬਾਣੀ ਦੇ ਇਹਨਾਂ ਵਚਨਾਂ ਦੇ ਵਿੱਚ ਪ੍ਰਭੂ ਯਿਸੂ ਜੀ ਸਾਨੂੰ ਸਿਖਾਉਂਦੇ ਹਨ ਕਿ ਸਾਨੂੰ ਆਪਣੇ ਵਿਰੋਧੀਆਂ ਦੇ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰਨਾ ਚਾਹੀਦਾ ਹੈ। ਉਹ ਸਾਨੂੰ ਸਿਖਾਉਂਦੇ ਹਨ ਕਿ ਅਸੀਂ ਆਪਣੇ ਵੈਰੀਆਂ ਦੇ ਨਾਲ ਵੀ ਪਿਆਰ ਕਰੀਏ। ਅੱਜ ਅਸੀਂ ਇਹਨਾਂ ਵਚਨਾਂ ਦੇ ਹੀ ਬਾਕੀ ਹਿੱਸੇ ਦੇ ਅਧਿਐਨ ਨੂੰ ਜਾਰੀ ਰੱਖਾਂਗੇ। ਤਾਂ ਫਿਰ ਆਓ ਬਿਨਾਂ ਸਮਾਂ ਗਵਾਏ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਇਸ ਦੇ ਲਈ ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਤਾਂ ਵੀ ਤੂੰ ਮੇਰੀ ਜਿੰਦ ਲੈਣ ਦੇ ਪਿੱਛੇ ਲੱਗਾ ਹੋਇਆ ਹੈ। ਆਪ ਇੱਥੇ ਆਪਣੀ ਮਨ ਦੀ ਨਜ਼ਰ ਵਿੱਚ ਸੌਲ ਨੂੰ ਹੇਠਾਂ ਤੱਕਦਿਆਂ ਦੇਖ ਸਕਦੇ ਹੋ। ਜੇਕਰ ਉੱਥੇ ਕੁਝ ਗੁਆਚਾ ਹੋਇਆ ਤਾਂ ਨਹੀਂ। ਉਸ ਨੇ ਸਰਾਪ ਦੇਣ ਦੀ ਬਜਾਏ ਜਿਸ ਨੇ ਉਸ ਨੂੰ ਸਰਾਪ ਦਿੱਤਾ ਸੀ, ਦਾਊਦ ਨੇ ਉਸ ਨੂੰ ਆਸ਼ੀਸ਼ ਦਿੱਤੀ। ਸੌਲ ਦੀ ਖੋਦ ਨੂੰ ਇਸ ਦੇ ਬਰਪਨ ਤੋਂ ਬਾਅਦ ਸੁਣੋ। ਪਹਿਲਾ ਸੈਮੂਅਲ 24 ਅਧਿਆਇ 16 ਤੋਂ 19 ਐਤਾਂ ਦੇ ਵਚਨ ਇਸ ਤਰ੍ਹਾਂ ਆਖਦੇ ਹਨ। ਅਜਿਹਾ ਹੋਇਆ ਜਦ ਦਾਊਦ ਨੇ ਇਹ ਗੱਲਾਂ ਸੌਲ ਨੂੰ ਆਖ ਦਿੱਤੀਆਂ ਤਾਂ ਸੌਲ ਬੋਲਿਆ, ਹੇ ਮੇਰੇ ਪੁੱਤਰ ਦਾਊਦ, ਇਹ ਤੇਰੀ ਆਵਾਜ਼ ਹੈ। ਅਤੇ ਸੌਲ ਉੱਚੀ ਆਵਾਜ਼ ਕੱਢ ਕੇ ਰੋਇਆ। ਤਾਂ ਉਸ ਨੇ ਦਾਊਦ ਨੂੰ ਆਖਿਆ, ਤੂੰ ਮੇਥੋਂ ਵਧੀਕ ਧਰਮੀ ਹੈ, ਕਿਉਂ ਜੋ ਮੈਂ ਤੇਰੇ ਨਾਲ ਬੁਰਾਈ ਕੀਤੀ, ਪਰ ਤੂੰ ਉਹਦੇ ਬੱਟੇ ਮੇਰੇ ਨਾਲ ਭਲਾਈ ਕੀਤੀ ਹੈ। ਅਤੇ ਅੱਜ ਤੂੰ ਜਾਣਿਆ ਜੋ ਤੂੰ ਮੇਰੇ ਨਾਲ ਭਲਾਈ ਕੀਤੀ ਹੈ, ਕਿਉਂ ਜੋ ਯਹੋਵਾ ਨੇ ਮੈਨੂੰ ਤੇਰੇ ਹੱਥ ਵਿੱਚ ਕਰ ਦਿੱਤਾ, ਪਰ ਤੂੰ ਮੈਨੂੰ ਨਾ ਮਾਰਿਆ। ਜੇ ਕਦੀ ਕੋਈ ਮਨੁੱਖ ਤਾਂ ਆਪਣੇ ਵੈਰੀ ਨੂੰ ਟੱਕਰ ਜਾਵੇ ਤਾਂ ਭਲਾ ਉਹਨੂੰ ਸੁੱਖ ਸਾਧ ਨਾਲ ਛੱਡ ਦਿੰਦਾ ਹੈ। ਸੋ ਯਹੋਵਾ ਉਸ ਭਲਾਈ ਦੇ ਥਾਂ ਜੋ ਤੈਂ ਅੱਜ ਮੇਰੇ ਨਾਲ ਕੀਤੀ ਹੈ, ਤੇਰੇ ਨਾਲ ਵੀ ਭਲਾਈ ਕਰੇ। ਇਹ ਪੁਰਾਣੇ ਨੇਮ ਵਿੱਚ ਇੱਕ ਬਹੁਤ ਹੀ ਸ਼ਕਤੀਸ਼ਾਲੀ ਪਲ ਸੀ। ਆਪ ਨੇ ਇਹ ਆਸ ਕੀਤੀ ਹੋਵੇਗੀ ਕਿ ਇਹ ਵਾਕਿਆਤ ਸੌਲ ਨੂੰ ਪਰਮੇਸ਼ਰ ਦੀ ਕਿਰਪਾ ਵੱਲ ਜਾਣ ਵਿੱਚ ਉਸ ਦੀ ਅਗਵਾਈ ਕਰੇਗਾ ਅਤੇ ਉਸ ਨੇ ਤੌਬਾ ਕੀਤੀ ਹੋਵੇਗੀ ਅਤੇ ਆਪਣੇ ਜੀਵਨ ਨੂੰ ਉਸ ਨੇ ਸੁਧਾਰ ਲਿਆ ਹੋਵੇਗਾ। ਪਰ ਜਿਵੇਂ ਕਿ ਆਪ ਜਾਣਦੇ ਹੋ, ਸੌਲ ਨੇ ਆਪਣੇ ਜੀਵਨ ਪਰਮੇਸ਼ਰ ਦੇ ਦੁਆਰਾ ਤਿਰਸਕਾਰੀ ਕੀਤੇ ਹੋਏ ਕਲੰਕ ਵਿੱਚ ਆਪਣੇ ਜੀਵਨ ਦਾ ਅੰਤ ਕੀਤਾ। ਪਰ ਦਾਊਦ ਨੇ ਠੀਕ ਕੰਮ ਕੀਤਾ ਸੀ। ਜਦੋਂ ਉਸ ਦੇ ਬੈਰੀ ਨੇ ਉਸ ਨੂੰ ਸਰਾਪ ਦਿੱਤਾ ਤਾਂ ਦਾਊਦ ਨੇ ਉਸ ਨੂੰ ਆਸ਼ੀਸ਼ ਦਿੱਤੀ। ਭਾਗ ਐੜਾ, ਉਹਨਾਂ ਨਾਲ ਭਲਾਈ ਕਰੋ ਜੋ ਤੁਹਾਡੇ ਨਾਲ ਵੈਰ ਰੱਖਦੇ ਹਨ। ਅੱਗੇ ਬਾਈਬਲ ਬਾਣੀ ਆਖਦੀ ਹੈ ਅਤੇ ਮੈਨੂੰ ਇਹ ਪਸੰਦ ਹੈ। ਯਿਸੂ ਜੀ ਆਖਦੇ ਹਨ, ਉਹਨਾਂ ਨਾਲ ਭਲਾਈ ਕਰੋ ਜੋ ਤੁਹਾਡੇ ਨਾਲ ਵੈਰ ਰੱਖਦੇ ਹਨ ਅਤੇ ਉਹਨਾਂ ਲਈ ਪ੍ਰਾਰਥਨਾ ਕਰੋ ਜੋ ਤੁਹਾਨੂੰ ਸਤਾਉਂਦੇ ਹਨ। ਮੇਰੀ ਲਾਇਬ੍ਰੇਰੀ ਵਿੱਚ ਇੱਕ ਪੁਰਾਣੀ ਕਿਤਾਬ ਹੈ ਜੋ ਕਿ ਸਮਿਕਲੀਨਨ ਦੇ ਦੁਆਰਾ ਲਿਖੀ ਹੋਈ ਹੈ। ਇਸ ਦਾ ਨਾਮ ਇਹਨਾਂ ਵਿੱਚੋਂ ਕੋਈ ਬਿਮਾਰੀ ਨਹੀਂ, ਪੌਬ ਨੋਨ ਆਫ ਦਾ ਡਿਸੀਜ਼। ਮੈਂ ਸੋਚਦਾ ਹਾਂ ਕਿ ਇਹ ਪਹਿਲੀਆਂ ਮਸੀਹੀ ਪੁਸਤਕਾਂ ਵਿੱਚੋਂ ਇੱਕ ਹੈ ਜੋ ਮੈਂ ਸੇਵਾ ਦਾ ਆਰੰਭ ਕਰਨ ਤੋਂ ਬਾਅਦ ਪੜ੍ਹੀ। ਇਹ ਪੁਸਤਕ ਇਸੇ ਦੇ ਬਾਰੇ ਹੈ ਕਿ ਅੱਜ ਦਾ ਵਿਗਿਆਨ ਕਿਵੇਂ ਬੁਨਿਆਦੀ ਤੌਰ ਤੇ ਪੁਰਾਣੇ ਨੇਮ ਦੀਆਂ ਤੰਦਰੁਸਤੀ ਨਾਲ ਸੰਬੰਧਿਤ ਲਿਖਤਾਂ ਨੂੰ ਕਿਵੇਂ ਪੱਕਿਆ ਕਰਦਾ ਹੈ ਅਤੇ ਕਿਵੇਂ ਜੇਕਰ ਅਸੀਂ ਬਸ ਪਿੱਛੇ ਜਾਈਏ ਅਤੇ ਪੁਰਾਣੇ ਨੇਮ ਨੂੰ ਪੜ੍ਹੀਏ ਤਦ ਅਸੀਂ ਕਾਫੀ ਤੰਦਰੁਸਤ ਮਨੁੱਖ ਹੋਵਾਂਗੇ। ਇਹ ਇੱਕ ਸ਼ਾਕਾਹਾਰੀ ਭੋਜਨ ਬਾਰੇ ਲਿਖੀ ਗਈ ਕਿਤਾਬ ਨਹੀਂ ਹੈ ਜਾਂ ਫਿਰ ਹੋਰ ਕੁਝ ਇਸ ਤਰ੍ਹਾਂ ਦੇ ਬਾਰੇ, ਪਰ ਇਸ ਪੁਸਤਕ ਵਿੱਚ ਅਦਭੁਤ ਵਿਚਾਰ ਲਿਖੇ ਗਏ ਹਨ। ਮਿਸਾਲ ਵਜੋਂ ਇੱਕ ਗੱਲ ਜਿਸ ਦੇ ਬਾਰੇ ਇਹ ਗੱਲ ਕਰਦੀ ਹੈ ਉਹ ਇਹ ਹੈ ਕਿ ਉਹ ਜਿਉਂ-ਜਿਉਂ ਉਹਨਾਂ ਨੇ ਮਨੁੱਖਾਂ ਨੂੰ ਜਿਉਣ ਦਾ ਅਧਿਐਨ ਕੀਤਾ ਤਦ ਉਹਨਾਂ ਨੇ ਇਹ ਖੋਜਿਆ ਹੈ ਕਿ ਇਸ ਬਾਲਕ ਲੜਕੇ ਦੇ ਜੀਵਨ ਵਿੱਚ ਇੱਕ ਦਿਨ ਜਿਸ ਵਿੱਚ ਉਸ ਦਾ ਖੂਨ ਬਾਕੀ ਸਾਰੇ ਜੀਵਨ ਦੇ ਦਿਨਾਂ ਨਾਲੋਂ ਜ਼ਿਆਦਾ ਜੰਮ ਜਾਂਦਾ ਹੈ, ਉਹ ਹੈ ਉਸ ਦੇ ਜੀਵਨ ਦਾ 8ਵਾਂ ਦਿਨ। ਅਤੇ ਇਸ ਕਰਕੇ ਪੁਰਾਣੇ ਨੇਮ ਵਿੱਚ ਆਖਿਆ ਗਿਆ ਹੈ ਕਿ ਜੋ ਬਾਲਕ ਲੜਕੇ ਹੁੰਦੇ ਸਨ ਉਹਨਾਂ ਦੇ 8ਵੇਂ ਦਿਨ ਸੁੰਨਤ ਕੀਤੀ ਜਾਂਦੀ ਸੀ। ਇਸ ਵਿੱਚ ਬਹੁਤ ਹੀ ਅਦਭੁਤ ਵਿੱਚ ਮਿਲਦੇ ਹਨ ਕਿ ਸਰੀਰ ਕਿਵੇਂ ਕਾਰਜਸ਼ੀਲ ਹੁੰਦਾ ਹੈ ਅਤੇ ਕਿਵੇਂ ਪੁਰਾਣੇ ਨੇਮ ਦੀ ਹਿਮਾਇਤ ਕਰਦਾ ਹੈ। ਉਸ ਦੀ ਕਿਤਾਬ ਦੇ ਇੱਕ ਹਿੱਸੇ ਵਿੱਚ ਉਹ ਬਾਈਬਲ ਬਾਣੀ ਦੇ ਇਸ ਭਾਗ ਬਾਰੇ ਗੱਲਬਾਤ ਕਰ ਰਿਹਾ ਹੈ ਜਿਸ ਦਾ ਅਧਿਐਨ ਅੱਜ ਅਸੀਂ ਕਰ ਰਹੇ ਹਾਂ ਅਤੇ ਇਸ ਨੂੰ ਮੈਂ ਤੁਹਾਡੇ ਲਈ ਪੜ੍ਹਨ ਦੀ ਖੁਆਇਸ਼ ਰੱਖਦਾ ਹਾਂ ਕਿ ਉਹ ਕੀ ਆਖਦਾ ਹੈ। ਆਪ ਦਲੀਲ ਕਰ ਰਹੇ ਹੋ
ਕਿ ਪ੍ਰੇਮ ਇੱਕ ਭਾਵਨਾ ਹੈ ਅਤੇ ਆਪ ਇੱਕ ਭਾਵਨਾ ਨੂੰ ਹੁਕਮ ਨਹੀਂ ਕਰ ਸਕਦੇ। ਮੈਂ ਉਸ ਦੇ ਲਈ, ਉਸ ਲੜਕੇ ਜਾਂ ਔਰਤ ਲਈ ਕੁਝ ਵੀ ਮਹਿਸੂਸ ਨਹੀਂ ਕਰਦਾ। ਪਰਮੇਸ਼ਰ ਦਾ ਪ੍ਰੇਮ ਜੋ ਹੈ ਉਹ ਇੱਕ ਭਾਵਨਾ ਨਹੀਂ ਹੈ। ਪਰਮੇਸ਼ਰ ਕਿਸੇ ਭਾਵਨਾ ਨੂੰ ਹੁਕਮ ਨਹੀਂ ਦੇਵੇਗਾ ਜੋ ਪ੍ਰੇਮ ਹੈ। ਇਹ ਇੱਕ ਕਿਰਿਆ ਹੈ। ਪ੍ਰੇਮ ਕਿਸੇ ਹੋਰ ਨੂੰ ਆਪਣੇ ਆਪ ਨੂੰ ਦੇਣਾ ਹੈ। ਇਹ ਇੱਕ ਹੁਨਰ ਹੈ ਜਿਸ ਨੂੰ ਪਰਮੇਸ਼ਰ ਦੇ ਆਤਮਾ ਦੀ ਸਾਮਰਥ ਵਿੱਚ ਕੋਈ ਵੀ ਵਿਕਸਿਤ ਕਰ ਸਕਦਾ ਹੈ। ਆਪਣੇ ਵੈਰੀਆਂ ਨੂੰ ਪਿਆਰ ਕਰੋ, ਉਹਨਾਂ ਨੂੰ ਆਸ਼ੀਸ਼ ਦਿਓ ਜੋ ਤੁਹਾਨੂੰ ਸ਼ਰਾਪ ਦਿੰਦੇ ਹਨ। ਉਹਨਾਂ ਨਾਲ ਭਲਾਈ ਕਰੋ ਜੋ ਤੁਹਾਡੇ ਨਾਲ ਵੈਰ ਰੱਖਦੇ ਹਨ, ਅਤੇ ਉਹਨਾਂ ਲਈ ਪ੍ਰਾਰਥਨਾ ਕਰੋ ਜੋ ਤੁਹਾਨੂੰ ਸਤਾਉਂਦੇ ਹਨ ਅਤੇ ਤੁਹਾਡੇ ਅਨੁਚਿਤ ਇਸਤੇਮਾਲ ਕਰਦੇ ਹਨ। ਦੂਸਰੇ ਸ਼ਬਦਾਂ ਵਿੱਚ ਪ੍ਰੇਮ ਜੋ ਹੈ ਇਹ ਕੁਝ ਕਰਨਾ ਹੁੰਦਾ ਹੈ। ਭਾਵਨਾਵਾਂ ਜੋ ਕਿ ਵੈਰੀਆਂ ਦੇ ਪ੍ਰਤੀ ਹੁੰਦੀਆਂ ਹਨ, ਉਹ ਕਿਸੇ ਹਨੇਰੇ ਕਮਰੇ ਵਿੱਚ ਬੈਠ ਕੇ ਸੋਚਦਿਆਂ ਵਿਕਸਿਤ ਨਹੀਂ ਹੁੰਦੀਆਂ, ਬਲਕਿ ਉਹ ਤਾਂ ਕੁਝ ਕਰਨ ਦੇ ਨਾਲ ਹੀ ਵਿਕਸਿਤ ਹੁੰਦੀਆਂ ਹਨ। ਜੋ ਭਾਵਨਾ ਹਨ ਉਹਨਾਂ ਦੇ ਪਿੱਛੇ ਕਿਰਿਆ ਹੁੰਦੀ ਹੈ। ਭਾਵਨਾਵਾਂ ਫਲ ਹਨ, ਨਾ ਕਿ ਜੜ। ਇਹ ਤਾਂ ਪਿਆਰ ਦੀ ਜੜ ਹੁੰਦੀਆਂ ਹਨ। ਜੇਕਰ ਆਪ ਆਪਣੇ ਬੈਰੀ ਨੂੰ ਕੁਝ ਖਾਣ ਜਾਂ ਪੀਣ ਦੇ ਲਈ ਦਿੰਦੇ ਹੋ ਤਦ ਆਪ ਦੀਆਂ ਭਾਵਨਾ ਦੇ ਨਾਲ ਕੁਝ ਵਾਪਰਦਾ ਹੈ। ਜਦੋਂ ਆਪ ਆਪਣੇ ਆਪ ਦੇ ਵਿਨਾਸ਼ ਕਿਸੇ ਵਿੱਚ ਕਰਦੇ ਹੋ ਤਦ ਆਪ ਉਸ ਔਰਤ ਜਾਂ ਵਿਅਕਤੀ ਦੇ ਵੱਲ ਕੁਝ ਭਿੰਨ ਮਹਿਸੂਸ ਕਰਨਾ ਆਰੰਭ ਕਰਦੇ ਹੋ। ਉਹ ਉਸ ਤੋਂ ਬਾਅਦ ਇਹ ਛੋਟੀ ਕਹਾਣੀ ਦੱਸਦਾ ਹੈ, ਮੈਨੂੰ ਇਹ ਕਹਾਣੀ ਪਸੰਦ ਹੈ। ਉਹ ਆਖਦਾ ਹੈ, ਜਦੋਂ ਮੈਂ ਬਾਈਬਲ ਦਾ ਹਵਾਲਾ ਉਹਨਾਂ ਲੋਕਾਂ ਅੱਗੇ ਦਿੰਦਾ ਹਾਂ ਜੋ ਕਿ ਸਰੀਰਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਪਿਆਰ ਦੀ ਘਾਟ ਕਰਕੇ ਦੁੱਖ ਭੋਗ ਰਹੇ ਹਨ, ਉਹਨਾਂ ਵਿੱਚੋਂ ਕੁਝ ਇਹ ਦਾਅਵਾ ਕਰਦੇ ਹਨ ਕਿ ਕਿਸੇ ਦੀ ਭਾਵਨਾ ਨੂੰ ਤਬਦੀਲ ਕਰਨਾ ਬਹੁਤ ਕਠਿਨ ਹੁੰਦਾ ਹੈ। ਬੈਰ ਰੱਖਣ ਤੋਂ ਪਿਆਰ ਕਰਨ ਵਿੱਚ ਤਬਦੀਲ ਕਰਨਾ, ਇਹ ਤਾਂ ਸੱਚ ਹੈ। ਮਨੋਵਿਗਿਆਨੀ ਇਸ ਵਿਚਾਰ ਦੀ ਹਿਮਾਇਤ ਕਰਦੇ ਹਨ, ਇਹ ਦਾਅਵਾ ਕਰਦੇ ਕਿ ਜੋ ਖੁਆਇਸ਼ ਹੈ ਉਹ ਭਾਵਨਾ ਦੇ ਉੱਤੇ ਪੂਰਾ ਨਿਯੰਤਰਣ ਨਹੀਂ ਰੱਖਦੀ। ਫਿਰ ਵੀ ਇਹੋ ਹੀ ਮਨੋਵਿਗਿਆਨੀ ਇਹ ਗਿਆਨ ਕਰਦੇ ਹਨ ਕਿ ਜੋ ਇੱਛਾ ਹੈ ਉਹ ਕਿਰਿਆ ਦੇ ਉੱਤੇ ਇੱਛਾ ਨਿਰੰਤ ਰੱਖਦੀ ਹੈ। ਸਾਡੀਆਂ ਖੁਆਇਸ਼ਾਂ ਜ਼ਿਆਦਾਤਰ ਇਹ ਫੈਸਲਾ ਕਰਨ ਦੀ ਸ਼ਕਤੀ ਰੱਖਦੀਆਂ ਹਨ ਜੋ ਕੁਝ ਅਸੀਂ ਕਰਦੇ ਹਾਂ ਅਤੇ ਜੋ ਕੁਝ ਅਸੀਂ ਨਹੀਂ ਕਰਦੇ, ਅਤੇ ਇਹ ਖੁਸ਼ਕਿਸਮਤੀ ਹੈ ਕਿਉਂਕਿ ਜੋ ਕਿਰਿਆ ਹਨ ਜਿਨ੍ਹਾਂ ਦੇ ਉੱਤੇ ਅਸੀਂ ਸ਼ਕਤੀ ਰੱਖਦੇ ਹਾਂ ਉਹ ਸਾਡੀਆਂ ਭਾਵਨਾਵਾਂ ਨੂੰ ਬਦਲ ਸਕਦੀਆਂ ਹਨ। ਇਹ ਯੋਜਨਾ ਅਲਾਦੀਨ ਦੇ ਦੀਵੇ ਵਾਂਗੂ ਬਹੁਤ ਜਲਦੀ ਕਾਰਜ ਕਰਦੀ ਹੈ। ਉਹਨਾਂ ਦੇ ਨਾਲ ਭਲਾ ਕਰੋ ਜੋ ਤੁਹਾਡੇ ਨਾਲ ਵੈਰ ਰੱਖਦੇ ਹਨ। ਇਹ ਤਾਂ ਅਸੰਭਵ ਹੈ। ਜੇਕਰ ਆਪ ਕੁਝ ਆਸਾਨ ਹਦਾਇਤਾਂ ਦਾ ਆਗਿਆ ਪਾਲਨ ਕਰਦੇ ਹੋ ਤਦ ਨਹੀਂ। ਹੁਣ ਇੱਥੇ ਇਹ ਉਸ ਦੀਆਂ ਕੁਝ ਹਦਾਇਤਾਂ ਹਨ। ਪਹਿਲਾ ਕਦਮ ਅਸੰਭਵ ਨੂੰ ਕਰਨ ਦੇ ਵਿੱਚ ਉਹ ਹੈ ਆਪ ਦੀ ਰਸੋਈ ਦੇ ਵਿੱਚ ਜਾਣਾ। ਆਪ ਇਹ ਤਾਂ ਕਰ ਸਕਦੇ ਹੋ, ਆਪ ਨੇ ਅਜਿਹਾ ਕਈ ਵਾਰ ਕੀਤਾ ਹੈ ਅਤੇ ਆਪ ਦੁਬਾਰਾ ਫਿਰ ਉੱਥੇ ਚੱਲ ਸਕਦੇ ਹੋ। ਪਹਿਲੇ ਕਦਮ ਤੋਂ ਬਾਅਦ ਦੂਸਰਾ ਕਦਮ ਇੱਕ ਨਿੰਬੂ ਦੀ ਕਚੋਰੀ ਬਣਾਓ। ਜਿੰਨਾ ਸਵਾਦਿਸ਼ਟ ਇਹ ਇੱਕ ਰਸਾਲੇ ਦੇ ਅਗਲੇ ਸਫ਼ੇ ਦੇ ਉੱਤੇ ਹੁੰਦਾ ਹੈ, ਅਤੇ ਆਪ ਆਪਣੀ ਕਚੋਰੀ ਬਣਾ ਚੁੱਕੋ। ਹੁਣ ਤੱਕ ਇਹ ਸਭ ਬਹੁਤ ਅੱਛਾ ਹੈ। ਉਦੋਂ ਤੱਕ ਆਪ ਪਹਿਲੇ ਹੀ ਕੁਝ ਬਿਹਤਰ ਮਹਿਸੂਸ ਕਰਦੇ ਰਹੋ। ਤੀਸਰਾ ਕਦਮ ਆਪਣੇ ਪੈਰਾਂ ਨੂੰ ਸਭ ਤੋਂ ਕਠੋਰ ਵਿਖਾਓ ਜਿੰਨਾ ਕਿ ਉਹ ਕਦੇ ਵੀ ਹੋਏ ਹੋਣ, ਅਤੇ ਉਹਨਾਂ ਨੂੰ ਖਬਰ ਕਰੋ ਕਿ ਇੱਕ ਇਖਤਿਆਰ ਦੇ ਲਹਿਜ਼ੇ ਅਤੇ ਆਖੋ, ਪੈਰੋ, ਆਪ ਮੈਨੂੰ ਉੱਥੇ ਲਿਜਾਣ ਜਾ ਰਹੇ ਹੋ ਅਤੇ ਇਸ ਕਚੋਰੀ ਨੂੰ ਮਿਸਿਸ ਕੁਕਰਿਸ ਦੇ ਕੋਲ। ਜੀ ਹਾਂ, ਮੈਂ ਜਾਣਦਾ ਹਾਂ ਕਿ ਆਪ ਉੱਥੇ ਕਾਫੀ ਲੰਬੇ ਅਰਸੇ ਤੋਂ ਨਹੀਂ ਗਏ ਹੋ, ਪਰ ਅੱਜ ਅਸੀਂ ਉੱਥੇ ਜਾਣ ਜਾ ਰਹੇ ਹਾਂ ਅਤੇ ਹੁਣ ਆਪ ਉੱਥੇ ਨਹੀਂ ਚੱਲ ਪੈਂਦੇ, ਅਤੇ ਆਪ ਉਸ ਪਿਆਰ ਦੀ ਸੁਨਹਿਰੀ ਉੱਨ ਨੂੰ ਧੋਦਣ ਦੇ ਆਪਣੇ ਹੌਸਲੇ ਵਾਲੇ ਕੰਮ ਨੂੰ ਕਰਨਾ ਆਰੰਭ ਕਰ ਦਿੰਦੇ ਹੋ। ਆਪ ਇੱਕ ਬਹੁਤ ਹੀ ਅਨੋਖੀ ਗਰਮਸਾਹਟ ਨੂੰ ਮਹਿਸੂਸ ਕਰਦੇ ਹੋ ਇਸ ਦੇ ਪਿੱਛੇ, ਅਤੇ ਆਪ ਦੀ ਖੁਆਇਸ਼ ਕਰਨ ਵਾਲੀ ਹੱਡੀ ਦੇ ਕੁਝ ਖੱਬੇ ਪਾਸੇ ਆਪ ਕੁਝ ਬਹੁਤ ਹੀ ਅਦਭੁਤ ਆਪਣੇ ਅੰਦਰ ਬਰਫ਼ ਦਾ ਮਹਿਸੂਸ ਕਰਨ ਦੀ ਭਾਵਨਾ ਪਾਉਂਦੇ ਹੋ। ਆਪ ਰੇਲਵੇ ਲਾਈਨ ਦੇ ਅੱਗੇ ਜਾਂਦੇ ਹੋ ਅਤੇ ਢੋਂਗੀ ਦੇ ਤੰਗ ਰਸਤੇ ਤੋਂ, ਜਿਸ ਨੂੰ ਡਿਪੋਰਟ ਸਟਰੀਟ ਆਖਦੇ ਹਨ, ਆਪ ਇਸ ਨੂੰ ਸਮਝਣਾ ਆਰੰਭ ਕਰਦੇ ਹੋ। ਮਿਸਿਸ ਕਿਊਰਸ ਦੇ ਵਤੀਰੇ ਨੂੰ ਜੋ ਕੁਝ ਬਿਹਤਰ ਤੌਰ ਤੇ ਆਪ ਸਮਝ ਰਹੇ ਹੋ, ਜੋ ਕਿ ਇੱਕ ਰੌਲਾ ਪਾਉਣ ਵਾਲੀ ਮਾਲ ਗੱਡੀ ਦੇ ਗੁਜ਼ਰਨ ਦੇ ਨਾਲ ਆਪ ਮਹਿਸੂਸ ਕਰਦੇ ਹੋ, ਜੋ ਕਿਸੇ ਸਾਰੇ ਘਰਾਂ ਅਤੇ ਉਸ ਦੇ ਨਾਲ ਦੀਆਂ ਪਟੜੀਆਂ ਨੂੰ ਹਿਲਾ ਦਿੰਦੀ ਹੈ, ਅਤੇ ਉਸ ਦੀ ਕਾਲ ਕਥਾ ਆਪ ਦੇ ਸਾਫ਼ ਚਿੱਟੇ ਦਸਤਾਨਿਆਂ ਨੂੰ ਮੈਲਾ ਕਰ ਦਿੰਦੀ ਹੈ। ਅਤੇ ਜਦੋਂ ਉਹ ਗੰਦੀ ਅਤੇ ਖੁਸ਼ੀ ਨਾਲ ਚੀਕਦੇ ਹੋਏ ਬੱਚੇ ਚੀਕਾਂ ਮਾਰਦੇ ਹੋਏ ਦੁਹਾਈ ਦਿੰਦੇ ਹਨ ਅਤੇ ਆਖਦੇ ਹਨ, ਠੀਕ ਹੈ, ਜੇਕਰ ਮੈਨੂੰ ਇੱਥੇ ਰਹਿਣਾ ਪੈਣਾ ਹੈ ਤਦ ਮੈਂ ਸੋਚਦਾ ਹਾਂ ਕਿ ਮੈਨੂੰ ਕੁਝ ਚਿੜਚਿੜਾ ਹੋਣਾ ਪੈਣਾ ਹੈ। ਜਦੋਂ ਆਪ ਉੱਪਰ ਜਾਂਦੇ ਹੋ ਤਦ ਆਪ ਜੋ ਵੀ ਨਵੀਂ ਅਧਿਕਾਰੀ ਕਰ ਰਹੇ ਹੋ ਉਸ ਦੇ ਕਰਕੇ ਹੱਸਣ ਤੋਂ ਬਗੈਰ ਨਹੀਂ ਰਹਿ ਸਕਦੇ।
ਆਪ ਦਰਵਾਜ਼ਾ ਖਟਖਟਾਉਂਦੇ ਹੋ ਤੇ ਇੰਤਜ਼ਾਰ ਕਰਦੇ ਹੋ ਅਤੇ ਆਪ ਮਿਸਿਜ਼ ਕੁਰਿਸ ਦੀ ਸੱਚਮੁੱਚ ਹੈਰਾਨੀ ਭਰੀ ਨਜ਼ਰਾਂ ਦੇ ਵਿੱਚ ਆਪ ਆਪਣੀ ਸੇਲ ਬਲੀ ਚੜਾਉਂਦੇ ਹੋ ਅਤੇ ਆਪ ਨੇਕ ਨਾਪ ਦੇ ਲਈ ਇੱਕ ਮੁਸਕਰਾਹਟ ਦੇਣ ਦਾ ਫੈਸਲਾ ਕਰਦੇ ਹੋ ਅਤੇ ਫਿਰ ਆਪ ਬੈਠਣ ਵਾਲੇ ਕਮਰੇ ਵਿੱਚ ਥੋੜ੍ਹੀ ਜਿਹੀ ਗੱਲਬਾਤ ਕਰਦੇ ਹੋ ਅਤੇ ਇੱਕ ਸੱਦਾ ਉਸ ਨੂੰ ਦਿੰਦੇ ਹੋ ਕਿ ਆਪ ਉਹਦੇ ਕੋਲ ਆਵੋ ਅਤੇ ਫਿਰ ਜਾਣ ਲੱਗਿਆਂ ਆਪ ਇੱਕ ਆਪਸੀ ਸਦਭਾਵਨਾ ਭਰੇ ਲਿਹਾਜ਼ੇ ਦੇ ਨਾਲ ਗਲੇ ਲਗਾਉਂਦੇ ਹੋ। ਉਹ ਦੋਸ਼ ਅਤੇ ਸੁਭਾਵਿਕਤਾ ਜੋ ਸ਼ਾਇਦ ਇਸ ਦੇ ਨਾਲ ਆਪ ਨੂੰ ਮਹਿਸੂਸ ਹੁੰਦੀ ਹੈ, ਉਹ ਤੁਹਾਨੂੰ ਦੋਵਾਂ ਨੂੰ ਹੈਰਾਨ ਕਰ ਦਿੰਦੀ ਹੈ। ਆਪ ਮਹਿਸੂਸ ਕਰਦੇ ਹੋ ਇਸ ਪਲ ਦੇ ਵਿੱਚ ਕਿ ਇੱਕ ਈਸ਼ਵਰੀ ਚਮਤਕਾਰ ਪਰਮੇਸ਼ਰ ਦੇ ਪਿਆਰ ਦੇ ਕਰਕੇ ਤੁਹਾਡੇ ਅੰਦਰ ਵਾਪਰ ਚੁੱਕਾ ਹੈ ਅਤੇ ਇਹ ਤੁਹਾਨੂੰ ਹੁਣ ਸੱਚਮੁੱਚ ਆਪ ਦੀ ਸਮੁੱਚੀ ਸ਼ਖਸੀਅਤ ਦੇ ਰਾਹੀਂ ਆਪ ਦੇ ਪਿੱਛੇ ਪਿਆ ਹੋਇਆ ਹੈ, ਅਸੰਭਵ ਵਾਪਰ ਚੁੱਕਾ ਹੈ। ਘਰ ਵਾਪਸ ਆਉਂਦਿਆਂ ਹੀ ਆਪ ਰਾਹ ਵਿੱਚ ਕਿਸੇ ਹੋਰ ਪਾਸੇ ਚਲੇ ਜਾਣ ਵਾਂਗ ਮਹਿਸੂਸ ਕਰਦੇ ਹੋ, ਜਿਵੇਂ ਕਿ ਆਪ ਨੇ ਕਿਸੇ ਨਾ ਧਿਆਨ ਦੇਣ ਵਾਲੀ ਕਿਸੇ ਲਾਪਰਵਾਹ ਲੜਕੀ ਹੁੰਦੇ ਹੋਇਆਂ ਆਪ ਨੇ ਕੀਤਾ ਹੋਵੇ। ਗਾਉਣ ਦੀ ਆਤਮਾ ਦੇ ਅੰਦਰ ਅਤੇ 1 ਸਾਲ ਦੇ ਲਈ ਜੋ ਗਰਮੀ ਉਹ ਗੈਰ ਹਾਜ਼ਰ ਰਹੀ ਹੈ, ਆਪ ਡਾਕਟਰ ਦੇ ਕੋਲ ਨਾ ਰੁਕਣ ਦਾ ਫੈਸਲਾ ਕਰਦੇ ਹੋ। ਜੋ ਆਪ ਨੇ ਘਸੀਆਂ ਹੋਈਆਂ ਨਾੜਾਂ ਦੇ ਲਈ ਇੱਕ ਟੀਕਾ ਲਾਉਣਾ ਸੀ, ਉਹ ਹੁਣ ਘਸੀਆਂ ਹੋਈਆਂ ਨਸਾਂ ਨਹੀਂ ਰਹਿ ਗਈਆਂ ਸਨ। ਆਪ ਨੇ ਆਪਣੇ ਜੀਵਨ ਵਿੱਚ ਕਦੇ ਵੀ ਬਿਹਤਰ ਮਹਿਸੂਸ ਨਹੀਂ ਸੀ ਕੀਤਾ, ਇੱਥੋਂ ਤੱਕ ਕਿ ਆਪ ਦੀ ਪਿੱਠ ਦਾ ਦਰਦ ਵੀ ਜਾਂਦਾ ਰਿਹਾ। ਕਿ ਆਪ ਕਹਾਣੀ ਦੀ ਮੁੱਖ ਗੱਲ ਨੂੰ ਸਮਝਦੇ ਹੋ? ਇੱਥੇ ਇੱਕ ਕਿਰਿਆ ਸੀ ਜੋ ਕਿ ਪਰਮੇਸ਼ਰ ਦੀ ਬਾਣੀ ਦੇ ਹੁਕਮ ਦੇ ਵਿੱਚ ਉੱਤਰਦਾਈ ਦੇ ਵਿੱਚ ਹੋ ਕੇ ਕੀਤਾ ਗਿਆ ਸੀ ਕਿ ਉਸ ਮਨੁੱਖ ਨੇ ਰਸੋਈ ਵਿੱਚ ਜਾਣ, ਕਚੋਰੀ ਬਣਾਉਣ ਅਤੇ ਇਸ ਸਫ਼ਰ ਉੱਤੇ ਜਾਣ ਦੀ ਤਰ੍ਹਾਂ ਮਹਿਸੂਸ ਕੀਤਾ ਸੀ। ਨਹੀਂ, ਪਰਮੇਸ਼ਰ ਪ੍ਰਤੀ ਆਗਿਆਕਾਰੀ ਵਿੱਚ ਹੋ ਕੇ, ਇਸ ਭਾਗ ਦੇ ਪ੍ਰਤੀ ਆਗਿਆਕਾਰ ਹੋ ਕੇ ਜੋ ਕੀ ਆਖਦਾ ਹੈ, ਆਪਣੇ ਵੈਰੀਆਂ ਨੂੰ ਪ੍ਰੇਮ ਕਰੋ। ਆਪ ਇਹ ਕਿਵੇਂ ਕਰਦੇ ਹੋ? ਉਹਨਾਂ ਨੂੰ ਆਸ਼ੀਸ਼ ਦਿਓ ਜੋ ਤੁਹਾਨੂੰ ਸ਼ਰਾਪ ਦਿੰਦੇ ਹਨ, ਉਹਨਾਂ ਨਾਲ ਭਲਾਈ ਕਰੋ ਜੋ ਤੁਹਾਨੂੰ ਸਤਾਉਂਦੇ ਹਨ। ਇਹ ਇੱਕ ਅਦਭੁਤ ਸੱਚਾਈ ਹੈ ਜੋ ਕਿ ਆਗਿਆਕਾਰੀ ਦੀ ਵਿਧੀ ਵਿੱਚ ਹੋ ਕੇ ਉਹ ਭਾਵਨਾ ਵਾਪਸ ਆਉਣਾ ਆਰੰਭ ਕਰਦੀ ਹੈ। ਇਹ ਤਾਂ ਕਿਸੇ ਵੀ ਵਿਆਹ ਵਿੱਚ ਸੱਚ ਹੀ ਹੁੰਦਾ ਹੈ, ਜਿਸ ਨੂੰ ਮੈਂ ਜਾਣਦਾ ਹਾਂ। ਪ੍ਰਕਾਸ਼ ਦੀ ਪੋਥੀ ਵਿੱਚ ਆਖਿਆ ਗਿਆ ਹੈ ਕਿ ਜਦੋਂ ਆਪ ਆਪਣਾ ਪਹਿਲਾ ਪਿਆਰ ਖੋ ਬੈਠਦੇ ਹੋ, ਤਦ ਹਦਾਇਤ ਦਿੱਤੀ ਗਈ ਹੈ ਕਿ ਆਪ ਵਾਪਸ ਜਾਓ ਅਤੇ ਪਹਿਲੇ ਕੰਮ ਨੂੰ ਕਰੋ। ਕੀ ਆਪ ਨੇ ਕਦੇ ਇਸ ਨੂੰ ਪੜ੍ਹਿਆ ਹੈ? ਜੇਕਰ ਆਪ ਦਾ ਪਿਆਰ ਠੰਡਾ ਪੈ ਗਿਆ ਹੈ, ਜੇਕਰ ਆਪ ਦਾ ਪਿਆਰ ਘਮਣਾ ਆਰੰਭ ਹੋ ਚੁੱਕਾ ਹੈ, ਤਦ ਇਸ ਨੂੰ ਪੁਨਰ ਸਥਾਪਿਤ ਕਰਨ ਦੇ ਲਈ ਆਪ ਕੀ ਕਰਦੇ ਹੋ? ਪ੍ਰਕਾਸ਼ ਦੀ ਪੋਥੀ ਦੇ 2 ਅਧਿਆਇ ਦੇ ਅਨੁਸਾਰ ਜਦੋਂ ਪਿਆਰ ਠੰਡਾ ਪੈ ਜਾਵੇ, ਤਦ ਇੱਕ ਕੰਮ, ਉਹਨਾਂ ਕੰਮਾਂ ਵਿੱਚੋਂ ਇੱਕ ਜੋ ਆਪ ਨੂੰ ਕਰਨਾ ਪੈਣਾ ਹੈ, ਉਹ ਹੈ ਵਾਪਸ ਜਾਣਾ ਅਤੇ ਪਹਿਲਾ ਕਾਰਜ ਕਰਨਾ। ਇਹ ਕੀ ਹੈ? ਜੀ ਹਾਂ, ਇਹ ਵਿਆਹ ਦੇ ਵਿੱਚ ਆਪ ਜਾਣਦੇ ਹੋ ਕਿ ਇਹ ਕੀ ਹੁੰਦਾ ਹੈ। ਕਿ ਆਪ ਨਹੀਂ ਜਾਣਦੇ? ਆਪ ਇੱਕ ਦੂਸਰੇ ਲਈ ਅੱਛੇ ਕੰਮ ਕਰਦੇ ਹੋ ਸਕਦਾ ਹੈ ਆਪ ਕਾਰ ਦਾ ਦਰਵਾਜ਼ਾ ਖੋਲੋ, ਆਪ ਘਰ ਵਿੱਚ ਫੁੱਲਾਂ ਦੇ ਗੁਲਦਸਤੇ ਲਿਆਓ ਜਾਂ ਆਈਸਕ੍ਰੀਮ ਲਿਆਓ ਜਾਂ ਫਿਰ ਕੁਝ ਕਾਰਜ ਕਰੋ। ਪਰ ਕੀ ਹੁੰਦਾ ਹੈ ਜੇਕਰ ਆਪ ਇਸ ਤਰ੍ਹਾਂ ਮਹਿਸੂਸ ਨਹੀਂ ਕਰਦੇ? ਇੱਥੇ ਇਸ ਤਰ੍ਹਾਂ ਨਹੀਂ ਆਖਿਆ ਗਿਆ ਕਿ ਜੇਕਰ ਆਪ ਇਸ ਤਰ੍ਹਾਂ ਮਹਿਸੂਸ ਕਰਦੇ ਹੋ, ਇੱਥੇ ਆਖਿਆ ਗਿਆ ਹੈ ਪਹਿਲਾ ਕੰਮ ਨਾ ਕਰੋ। ਅਤੇ ਜਦੋਂ ਆਪ ਪਹਿਲਾ ਕਾਰਜ ਕਰਦੇ ਹੋ, ਤਦ ਆਪ ਉਹਨਾਂ ਭਾਵਨਾਵਾਂ ਨੂੰ ਵਾਪਸ ਆਉਣਾ ਆਰੰਭ ਕਰਦਿਆਂ ਵੇਖ ਸਕਦੇ ਹੋ। ਰੋਮੀਓ ਦੀ ਪੱਤਰੀ 12 ਅਧਿਆਇ ਉਸ ਦੀ 20 ਐਤ ਦੇ ਵਚਨ ਇਸ ਤਰ੍ਹਾਂ ਆਖਦੇ ਹਨ, ਜੇਕਰ ਤੇਰਾ ਵੈਰੀ ਭੁੱਖਾ ਹੋਵੇ, ਉਸ ਨੂੰ ਭੋਜਨ ਖਵਾ, ਜੇਕਰ ਉਹ ਪਿਆਸਾ ਹੈ, ਉਸ ਨੂੰ ਪਿਲਾ। ਇਹ ਕੀ ਹਨ? ਇਹ ਕੰਮ ਹਨ। ਜੇਕਰ ਉਹ ਤੈਨੂੰ ਸਰਾਪ ਦੇਵੇ, ਉਸ ਨੂੰ ਆਸ਼ੀਸ਼ ਦੇ। ਜੇਕਰ ਉਹ ਤੇਰੇ ਨਾਲ ਦੁਰਵਿਹਾਰ ਕਰੇ, ਤਦ ਇਸ ਚੀਜ਼ ਨੂੰ ਖੋਜ ਕਿ ਆਪ ਉਸ ਦੇ ਲਈ ਕਿਹੜੇ ਨੇਕ ਕੰਮ ਕਰ ਸਕਦੇ ਹੋ। ਇੱਥੋਂ ਤੱਕ ਕਿ ਜੇਕਰ ਆਪ ਅਜਿਹਾ ਕਰਨਾ ਮਹਿਸੂਸ ਨਹੀਂ ਕਰਦੇ, ਫਿਰ ਵੀ ਇਸ ਨੂੰ ਕਰ ਲਓ। ਭਾਗ ਈੜੀ, ਉਹਨਾਂ ਲਈ ਪ੍ਰਾਰਥਨਾ ਕਰੋ ਜੋ ਈਰਖਾਲੂ ਢੰਗ ਨਾਲ ਤੁਹਾਨੂੰ ਇਸਤੇਮਾਲ ਕਰਦੇ ਹਨ। ਫਿਰ ਤੀਸਰੀ ਗੱਲ ਆਖਦੀ ਹੈ, ਉਹਨਾਂ ਲਈ ਪ੍ਰਾਰਥਨਾ ਕਰੋ ਜੋ ਈਰਖਾਲੂ ਢੰਗ ਨਾਲ ਤੁਹਾਡੀ ਵਰਤੋਂ ਕਰਦੇ ਹਨ। ਹੋ ਸਕਦਾ ਹੈ ਕਿ ਇਹ ਸਭ ਤੋਂ ਵੱਧ ਮਹੱਤਵਪੂਰਨ ਕੰਮ ਹੋਵੇ। ਹੋ ਸਕਦਾ ਹੈ ਕਿ ਇਹ ਪਹਿਲਾ ਕੰਮ ਹੈ ਜੋ ਆਪ ਕਰ ਸਕਦੇ ਹੋ। ਮੈਂ ਇਹ ਖੋਜਿਆ ਹੈ ਕਿ ਉਹ ਵਿਅਕਤੀ ਜਿਸ ਲਈ ਆਪ ਪ੍ਰਾਰਥਨਾ ਕਰ ਰਹੇ ਹੋ, ਉਸ ਦੇ ਉੱਤੇ ਪਾਗਲ ਹੋਣਾ ਕਠਿਨ ਹੁੰਦਾ ਹੈ। ਹੇ ਪ੍ਰਭੂ, ਜੌਨ ਨੂੰ ਬਰਕਤ ਦੇਈ। ਤੂੰ ਜਾਣਦਾ ਹੈ ਮੈਂ ਉਸ ਨਾਲ ਕਿਵੇਂ ਘਿਰਨਾ ਕਰਦਾ ਹਾਂ। ਅਚਾਨਕ ਹੀ ਆਪ ਦੀ ਪ੍ਰਾਰਥਨਾ ਸਫਲ ਹੋ ਜਾਂਦੀ ਹੈ। ਆਪ ਜਾਣ ਲੈਂਦੇ ਹੋ ਕਿ ਆਪ ਇਸ ਤਰ੍ਹਾਂ ਨਹੀਂ ਕਰ ਸਕਦੇ। ਚੌਥਾ ਨੰਬਰ ਕਾਰਨ, ਇਹ ਮੰਗਾਂ ਹਨ ਅਤੇ ਉਹ ਜ਼ਿੰਮੇਵਾਰੀਆਂ ਹਨ। ਮੈਂ ਆਪ ਨੂੰ ਇਸ ਸਭ ਦੇ ਕਰਨ ਦੇ ਬਾਰੇ ਦੱਸ ਦਵਾਂ। 45 ਐਤ ਬਾਰੇ ਗੌਰ ਕਰੋ ਤਾਂ ਕਿ ਤੁਸੀਂ ਪਿਤਾ ਦੇ ਬਾਲਕ ਹੋ ਸਕੋ ਜੋ ਸਵਰਗ ਵਿੱਚ ਹੈ। ਇਸ ਦਾ ਕੀ ਅਰਥ ਹੁੰਦਾ ਹੈ? ਜਿਸ ਤਰ੍ਹਾਂ ਦਾ ਪਿਤਾ, ਉਸੇ ਤਰ੍ਹਾਂ ਦਾ ਪੁੱਤਰ। ਇੱਕ ਪਰਿਵਾਰਿਕ ਸਮਾਨ
ਤਾਂ ਹੁੰਦੀ ਹੈ ਜਿਸ ਦੇ ਬਾਰੇ ਸਾਨੂੰ ਗੌਰ ਕਰਨਾ ਪੈਣਾ ਹੈ। ਉਹ ਪਿਤਾ ਉਹਨਾਂ ਦੇ ਨਾਲ ਕਿਵੇਂ ਵਰਤਾਓ ਕਰਦਾ ਹੈ ਜੋ ਉਸ ਦੇ ਬੈਰੀ ਹਨ। ਈਸ਼ਵਰੀ ਘਰਾਣੇ ਵਿੱਚ ਪਰਿਵਾਰਿਕ ਨੈਤਿਕਤਾ ਹੈ ਜਿੱਥੇ ਕਿ ਪਰਮੇਸ਼ਰ ਪਿਤਾ ਹੋਵੇ ਅਤੇ ਅਸੀਂ ਬਾਲਕ ਹੋਈਏ। ਵੈਰੀਆਂ ਦੇ ਨਾਲ ਨਿਪਟਣ ਦੇ ਲਈ ਪਰਿਵਾਰਿਕ ਨੈਤਿਕਤਾ ਕੀ ਹੈ? ਰੋਮੀਓ ਦੀ ਪੱਤਰੀ ਵਿੱਚ ਅਤੇ ਸਾਰੀ ਬਾਈਬਲ ਵਿੱਚ ਮੈਂ ਪਹਿਲਾਂ ਹੀ ਆਪ ਨੂੰ ਦੱਸ ਚੁੱਕਾ ਹਾਂ ਕਿ ਸਾਨੂੰ ਆਖਿਆ ਗਿਆ ਹੈ ਕਿ ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ। ਜਦੋਂ ਅਸੀਂ ਬੁਰੇ ਹੁੰਦੇ ਹਾਂ, ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ। ਜਦੋਂ ਅਸੀਂ ਪਾਪੀ ਹਾਂ, ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ। ਜਦੋਂ ਅਸੀਂ ਈਸ਼ਵਰ ਰਹਿਤ, ਨਾ ਸ਼ੁਕਰੇ ਅਤੇ ਨਾ ਤਰਸਵਾਨ ਅਤੇ ਅਸੰਭਵ ਹੋਈਏ, ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ। ਜਦੋਂ ਅਸੀਂ ਇਸ ਦੇ ਬੈਰੀ ਹੋਈਏ, ਉਹ ਸਾਡਾ ਪਿਤਾ ਹੈ। ਯਿਸੂ ਜੀ ਆਖ ਰਹੇ ਹਨ, ਜੇਕਰ ਆਪ ਸੱਚਮੁੱਚ ਆਪਣੇ ਸਵਰਗੀ ਪਿਤਾ ਦੀ ਸਮਾਨਤਾ ਨੂੰ ਪਾਉਣ ਦੀ ਖੁਆਇਸ਼ ਰੱਖਦੇ ਹੋ, ਤਦ ਆਪ ਨੂੰ ਉਹ ਕਰਨਾ ਸਿੱਖਣਾ ਪੈਣਾ ਹੈ ਜੋ ਪਿਤਾ ਕਰਦਾ ਹੈ। ਆਪਣੇ ਪਿਤਾ ਵਰਗੇ ਬਣੋ। ਅਤੇ ਉਹ ਆਖਦਾ ਹੈ, ਜਦੋਂ ਆਪ ਇਸ ਤਰ੍ਹਾਂ ਕਰਦੇ ਹੋ ਤਦ ਇਹ ਸਾਰੀਆਂ ਉੱਤੇ ਪ੍ਰਤੱਖ ਜ਼ਾਹਿਰ ਹੋਵੇਗਾ ਜੋ ਤੁਹਾਨੂੰ ਵੇਖਦੇ ਹਨ ਅਤੇ ਇਸ ਨੂੰ ਵਰਪਦਾ ਵੇਖਦੇ ਹਨ। ਇਹ ਉਹਨਾਂ ਦੇ ਉੱਤੇ ਸਾਫ਼ ਜ਼ਾਹਿਰ ਹੋਵੇਗਾ ਕਿ ਤੁਹਾਡਾ ਪਿਤਾ ਜੋ ਸਵਰਗ ਵਿੱਚ ਹੈ ਅਤੇ ਆਪ ਉਸੇ ਦੇ ਘਰਾਣੇ ਦੇ ਹੋ। ਇਹ ਸਾਫ਼ ਜ਼ਾਹਿਰ ਹੋਵੇਗਾ ਕਿ ਆਪ ਪਰਮੇਸ਼ਰ ਦੇ ਬਾਲਕ ਹੋ। ਅਜਿਹਾ ਹੋਰ ਕੋਈ ਘਰਾਣਾ ਨਹੀਂ ਜਿਸ ਵਿੱਚ ਇਸ ਤਰ੍ਹਾਂ ਦੀ ਨੈਤਿਕਤਾ ਪਾਈ ਜਾਂਦੀ ਹੋਵੇ। ਇਸ ਤਰ੍ਹਾਂ ਦੇ ਵਰਤਾਓ ਜੇਕਰ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ, ਇਹ ਤਾਂ ਸਿਰਫ ਘਰਾਣੇ ਦੀ ਸਮਾਨਤਾ ਦੇ ਨਾਲ ਹੀ ਜੁੜਿਆ ਹੋਇਆ ਹੈ। ਮੇਰੇ 4 ਬੱਚੇ ਹਨ। ਮੇਰੇ 2 ਲੜਕੇ ਹਨ। ਮੇਰੀਆਂ 2 ਲੜਕੀਆਂ ਵਿੱਚੋਂ ਇੱਕ ਥੋੜ੍ਹਾ ਜਿਹਾ ਮੇਰੇ ਵਰਗਾ ਹੈ। ਲੋਕ ਉਸ ਦੇ ਬਾਰੇ ਇਸ ਤਰ੍ਹਾਂ ਨਾਲ ਮਜ਼ਾਕ ਕਰਦੇ ਹਨ, ਉਸ ਦਾ ਵਾਲਾਂ ਦਾ ਰੰਗ ਅਜੇ ਠੀਕ ਨਹੀਂ ਹੈ, ਪਰ ਉਹ ਇਹਨਾਂ ਵਿੱਚੋਂ ਇੱਕ ਦਿਨ ਉਸ ਨੂੰ ਪਾ ਲਵੇਗਾ। ਉਸ ਵਿੱਚ ਇੱਕ ਘਰਾਣੇ ਦੀ ਸਮਾਨਤਾ ਪਾਈ ਜਾਂਦੀ ਹੈ। ਮੈਂ ਉਸ ਦੇ ਲਈ ਬੁਰਾ ਮਹਿਸੂਸ ਕਰਦਾ ਹਾਂ, ਪਰ ਮੈਂ ਆਪਣੇ ਆਪ ਲਈ ਭਲਾ ਮਹਿਸੂਸ ਕਰਦਾ ਹਾਂ। ਮੈਨੂੰ ਉਹ ਚੀਜ਼ਾਂ ਪਸੰਦ ਹਨ ਜੋ ਮੈਂ ਆਪਣੇ ਬੱਚਿਆਂ ਵਿੱਚ ਵੇਖਦਾ ਹਾਂ, ਜੋ ਕਿ ਅੱਛੀਆਂ ਆਦਤਾਂ ਹਨ ਜੋ ਸਾਡੇ ਘਰਾਣੇ ਵਿੱਚ ਪਾਈਆਂ ਜਾਂਦੀਆਂ ਹਨ। ਅਸੀਂ ਇੱਕ ਮਨੁੱਖੀ ਘਰਾਣੇ ਦਾ, ਇਸ ਕਰਕੇ ਸਾਡੇ ਵਿੱਚ ਅੱਛੇ ਅਤੇ ਬੁਰੇ ਸਭ ਕੁਝ ਪਾਏ ਜਾਂਦੇ ਹਨ। ਪਰ ਜਦੋਂ ਮੈਂ ਆਪਣੇ ਬੱਚਿਆਂ ਵਿੱਚ ਅੱਛੀਆਂ ਚੀਜ਼ਾਂ ਨੂੰ ਵੇਖਦਾ ਹਾਂ, ਇਹ ਮੈਨੂੰ ਆਸ਼ੀਸ਼ ਦਿੰਦਾ ਹੈ। ਇਹ ਤਾਂ ਬਸ ਮੇਰੇ ਦਿਲ ਨੂੰ ਬਰਕਤ ਦਿੰਦਾ ਹੈ। ਮੈਂ ਆਪਣੇ ਲੜਕਿਆਂ ਨੂੰ ਇਹ ਸਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਉਹ ਮਜ਼ਬੂਤ ਮੁਕਾਬਲਾ ਕਰਨ ਵਾਲੇ ਹੋਣ ਅਤੇ ਉਹ ਇਸੇ ਤਰ੍ਹਾਂ ਦੇ ਹਨ। ਜਦੋਂ ਮੈਂ ਆਪਣੇ ਲੜਕਿਆਂ ਨੂੰ ਸੰਪੂਰਨ ਅਤੇ ਉਹ ਪੂਰਾ ਇਸ ਦੇ ਲਈ ਕਰਦੇ ਹਨ ਅਤੇ ਜੋ ਕੁਝ ਉਹਨਾਂ ਦਾ ਨਿਸ਼ਾਨਾ ਹੈ ਉਸ ਲਈ ਪੂਰਾ ਜ਼ੋਰ ਲਗਾਉਂਦੇ ਹਨ, ਤਦ ਮੇਰੇ ਅੰਦਰ ਕੁਝ ਉਭਰਦਾ ਹੈ। ਇਹ ਇੱਕ ਪਰਿਵਾਰਿਕ ਸਮਾਨਤਾ ਹੈ। ਇਹ ਮੈਨੂੰ ਪਸੰਦ ਹੈ। ਆਪ ਨੂੰ ਕੁਝ ਵੀ ਅਧੂਰਾ ਨਹੀਂ ਕਰਨਾ ਚਾਹੀਦਾ। ਮੇਰੀ ਜ਼ਿੰਦਗੀ ਦੀ ਆਇਤ ਹਮੇਸ਼ਾ ਇਹੋ ਹੀ ਰਹੀ ਹੈ, ਜੋ ਕੁਝ ਆਪ ਕਰਦੇ ਹੋ ਉਸ ਨੂੰ ਦਿਲੋਂ ਪ੍ਰਭੂ ਦੇ ਲਈ ਕਰੋ। ਇਸ ਤਰ੍ਹਾਂ ਕਰੋ ਜਿਵੇਂ ਪ੍ਰਭੂ ਦੇ ਲਈ, ਨਾ ਕਿ ਮਨੁੱਖਾਂ ਦੇ ਲਈ। ਜਦੋਂ ਮੈਂ ਆਪਣੇ ਬੱਚਿਆਂ ਵਿੱਚ ਵੇਖਦਾ ਹਾਂ, ਇਹ ਤਾਂ ਇੱਕ ਅਦਭੁਤ ਚੀਜ਼ ਹੁੰਦੀ ਹੈ ਜੋ ਕੁਝ ਪਰਮੇਸ਼ਰ ਇਸ ਵਿੱਚ ਆਖ ਰਿਹਾ ਹੈ। ਜਦੋਂ ਆਪ ਆਪਣੇ ਵੈਰੀਆਂ ਨੂੰ ਪਿਆਰ ਕਰਦੇ ਹੋ, ਤਦ ਇਸ ਗੱਲ ਦਾ ਆਪ ਸਬੂਤ ਪੇਸ਼ ਕਰਦੇ ਹੋ ਕਿ ਆਪ ਅਸਲ ਵਿੱਚ ਪਰਮੇਸ਼ਰ ਦੇ ਘਰਾਣੇ ਦੇ ਹੋ। ਕਿਉਂਕਿ ਇਹ ਪਰਮੇਸ਼ਰ ਦੇ ਘਰਾਣੇ ਦੀ ਇੱਕ ਅਨੈਤਿਕਤਾ ਹੈ ਕਿ ਉਹ ਆਪਣੇ ਵੈਰੀਆਂ ਨੂੰ ਪਿਆਰ ਕਰੇ। ਅੱਗੇ ਉਹ ਇਸ ਦੀ ਇੱਕ ਉਦਾਹਰਨ ਇਹ ਆਖਦਿਆਂ ਦਿੰਦਾ ਹੈ, ਜੇਕਰ ਆਪ ਉਹਨਾਂ ਨੂੰ ਪਿਆਰ ਕਰਦੇ ਹੋ ਜੋ ਤੁਹਾਨੂੰ ਪਿਆਰ ਕਰਦੇ ਹਨ, ਤਦ ਇਸ ਵਿੱਚ ਕਿਹੜੀ ਵੱਡੀ ਗੱਲ ਹੈ? ਅਤੇ ਜੇਕਰ ਆਪ ਸਿਰਫ ਆਪਣੇ ਭਰਾਵਾਂ ਨੂੰ ਨਮਸਕਾਰ ਆਖਦੇ ਹੋ, ਤਦ ਆਪ ਹੋਰਨਾਂ ਨਾਲੋਂ ਵੱਧ ਕੀ ਕਰਦੇ ਹੋ? ਉਹ ਕੀ ਆਖ ਰਿਹਾ ਹੈ? ਉਹ ਕੰਮ ਜੋ ਤੁਹਾਨੂੰ ਹੋਰਨਾਂ ਸਭਨਾਂ ਦੇ ਨਾਲੋਂ ਭਿੰਨ ਕਰਦਾ ਹੈ, ਉਹ ਤਾਂ ਆਪ ਦਾ ਸੁਭਾਵਿਕ ਵਰਤਾਓ ਹੈ ਅਤੇ ਆਪ ਦੇ ਬੈਰੀ ਨੂੰ ਪਿਆਰ ਕਰਨਾ ਹੈ। ਇਹ ਤਾਂ ਇੱਕ ਸੁਭਾਵਿਕ ਹੈ। ਉਹਨਾਂ ਨੂੰ ਬਰਕਤ ਦੇਣਾ ਜੋ ਤੁਹਾਨੂੰ ਸਰਾਪ ਦਿੰਦੇ ਹਨ, ਉਹਨਾਂ ਦਾ ਭਲਾ ਕਰਨਾ ਜੋ ਤੁਹਾਨੂੰ ਕੁਬਰ ਤੋਂ ਕਰਦੇ ਹਨ ਅਤੇ ਉਹਨਾਂ ਦੇ ਲਈ ਪ੍ਰਾਰਥਨਾ ਕਰਨਾ ਜੋ ਤੁਹਾਡੀ ਸੂਚੀ ਵਿੱਚ ਸਭ ਤੋਂ ਉੱਪਰ ਹਨ। ਪਰ ਜਦੋਂ ਆਪ ਇਹ ਕਰਦੇ ਹੋ, ਅਤੇ ਇਹੋ ਹੀ ਇਸ ਦਾ ਕਾਰਨ ਹੈ, ਸਾਨੂੰ ਭਿੰਨ ਹੋਣਾ ਪੈਣਾ ਹੈ। ਲੋਕਾਂ ਨੂੰ ਸਾਨੂੰ ਦੇਖਣਾ ਪੈਣਾ ਹੈ ਅਤੇ ਇਹ ਜਾਣਨਾ ਪੈਣਾ ਹੈ ਕਿ ਅਸੀਂ ਉਸ ਦੇ ਨਾਲ ਕੁਝ ਇਹੋ ਜਿਹੇ ਦੇ ਨਾਲ ਜੁੜੇ ਹੋਏ ਹਾਂ ਜੋ ਕਿ ਭਿੰਨ ਹੈ। ਜੇਕਰ ਅਸੀਂ ਹੋਰਨਾਂ ਦੀ ਤਰ੍ਹਾਂ ਵਿਰੋਧ ਕਰੀਏ, ਤਦ ਅਸੀਂ ਬਦਲਾ ਲੈਣ ਦੇ ਕੰਮ ਵਿੱਚ ਬਾਕੀ ਹੋਰਨਾਂ ਵਾਂਗੂ ਹੀ, ਫਿਰ ਤਦ ਸਾਡੇ ਵਿੱਚ ਅਤੇ ਗੈਰ ਕੌਮਾਂ ਵਿੱਚ ਫਰਕ ਕਰਨ ਦਾ ਉਹਨਾਂ ਕੋਲ ਕੋਈ ਕਾਰਨ ਨਹੀਂ ਹੁੰਦਾ। ਜਾਂ ਫਿਰ ਜਿਵੇਂ ਕਿ ਵਚਨ ਆਖਦਾ ਹੈ, ਜਾਂ ਫਿਰ ਚੁੰਗੀ ਲੈਣ ਵਾਲਿਆਂ ਦੇ ਵਜੋਂ। ਪਰ ਜਦੋਂ ਅਸੀਂ ਈਸ਼ਵਰਤਾਈ ਦੇ ਸਿਆਰ ਤੱਕ ਵੱਧ ਜਾਂਦੇ ਹਾਂ ਅਤੇ ਉਹਨਾਂ ਨੂੰ ਪਿਆਰ ਕਰਦੇ ਹਾਂ ਜੋ ਸਾਡੇ ਨਾਲ ਵੈਰ ਰੱਖਦੇ ਹਨ, ਤਦ ਅਸੀਂ ਪ੍ਰਦਿਸ਼ ਕਰਦੇ ਹਾਂ ਕਿ ਅਸੀਂ ਭਿੰਨ ਹਾਂ। ਇਹੋ ਹੀ
ਕਾਰਨ ਹੈ। ਇਸ ਦਾ ਫਲ ਸੱਚਮੁੱਚ ਇਹੋ ਹੀ ਹੈ ਕਿ ਅਸੀਂ ਆਪਣੇ ਉੱਤੇ ਲਿਖ ਕੇ ਲਗਾ ਲੈਂਦੇ ਹਾਂ ਕਿ ਅਸੀਂ ਆਪਣੇ ਪਿਤਾ ਦੇ ਹੋਣ ਵਜੋਂ ਘਮੰਡ ਕਰਦੇ ਹਾਂ। ਆਪਣੇ ਵੈਰੀਆਂ ਨੂੰ ਪਿਆਰ ਕਰੋ, ਉਹਨਾਂ ਨਾਲ ਭਲਾ ਕਰੋ ਜੋ ਤੁਹਾਡੇ ਨਾਲ ਵੈਰ ਕਰਦੇ ਹਨ। ਉਹਨਾਂ ਨੂੰ ਅਸ਼ੀਸ਼ ਦਿਓ ਜੋ ਤੁਹਾਨੂੰ ਸ਼ਰਾਪ ਦਿੰਦੇ ਹਨ। ਉਹਨਾਂ ਲਈ ਪ੍ਰਾਰਥਨਾ ਕਰੋ ਜੋ ਤੁਹਾਨੂੰ ਸਤਾਉਂਦੇ ਹਨ। ਲੋ ਸਟੀਵਿਲ ਓ ਬਿਲੋਬ ਟ੍ਰੀਕ ਚਰਚ ਦੇ ਪ੍ਰਚਾਰਕਾਂ ਵਿੱਚੋਂ ਇੱਕ ਹੈ ਜੋ ਕਿ ਉਹਦੇ ਵਿਖੇ ਪਾਇਆ ਜਾਂਦਾ ਹੈ। ਉਸਨੇ ਇੱਕ ਅਨੁਭਵ ਦੇ ਬਾਰੇ ਦੱਸਿਆ ਸੀ ਜੋ ਉਸਨੇ ਉਦੋਂ ਪਾਇਆ ਸੀ, ਜੋ ਇੱਕ ਅਦਭੁਤ ਤਰੀਕੇ ਨਾਲ ਉਸ ਸ਼ਕਤੀ ਦੀ ਮਿਸਾਲ ਪੇਸ਼ ਕਰਦਾ ਹੈ ਜਿਸ ਦਾ ਜ਼ਿਕਰ ਅਸੀਂ ਅੱਜ ਕਰ ਰਹੇ ਹਾਂ। ਉਸਨੇ ਇੱਕ ਨੌਜਵਾਨ ਔਰਤ ਦੇ ਬਾਰੇ ਦੱਸਿਆ ਸੀ ਜੋ ਕਿ ਇੱਕ ਬਹੁਤ ਹੀ ਘਾਤਕ ਅਪਰਾਧ ਦੀ ਸ਼ਿਕਾਰ 1991 ਵਿੱਚ ਹੋਈ ਸੀ। ਉਸ ਸਾਲ ਦੇ ਅਗਸਤ ਮਹੀਨੇ ਵਿੱਚ ਕਿਸੇ ਨੇ ਉਸ ਦੇ ਘਰ ਵਿੱਚ ਚੋਰੀ ਕੀਤੀ। ਉਹ ਇਕੱਲੀ ਆਪਣੇ ਘਰ ਵਿੱਚ ਸੀ ਅਤੇ ਉਸ ਦੀ ਛਾਤੀ ਦੇ ਵਿੱਚ ਉਸਨੇ ਗੋਲੀ ਮਾਰੀ। ਉਸ ਆਪਣੇ ਪਿਸਤੌਲ ਦੇ ਨਾਲ ਉਸ ਨੂੰ ਕੁੱਟਿਆ ਅਤੇ ਫਿਰ ਕਾਸੁਕ ਤੌਰ ਤੇ ਉਸ ਨੂੰ ਭ੍ਰਸ਼ਟ ਕੀਤਾ ਅਤੇ ਉਸ ਦੇ ਉੱਤੇ ਉਸ ਦੇ ਘਰਾਣੇ ਨੂੰ ਰੱਖਿਆ ਅਤੇ ਇੱਕ ਫਿਰ ਪਿਸਤੌਲ ਦਾ ਘੋੜਾ ਦਬਾਇਆ। ਇੱਕੋ ਇੱਕ ਚੀਜ਼ ਜੋ ਉਸ ਦੇ ਬਚ ਜਾਣ ਦਾ ਕਾਰਨ ਬਣੀ ਸੀ ਉਹ ਸੀ ਕਿ ਉਸ ਦੀ ਬਾਂਹ ਦਾ ਅਗਲਾ ਹਿੱਸਾ ਇਹੋ ਜਿਹੇ ਤਰੀਕੇ ਦੇ ਨਾਲ ਉਸ ਦੇ ਉੱਤੇ ਪਿਆ ਸੀ ਕਿ ਉਸ ਦੀ ਬਾਂਹ ਦੇ ਅਗਲੇ ਹਿੱਸੇ ਨੇ ਉਸ ਗੋਲੀ ਦੇ ਪ੍ਰਭਾਵ ਨੂੰ ਆਪਣੇ ਵਿੱਚ ਸਮਾ ਲਿਆ ਸੀ। ਉਹਨਾਂ ਨੇ ਉਸ ਮਨੁੱਖ ਦਾ ਪਿੱਛਾ ਕੀਤਾ, ਉਹਨਾਂ ਨੇ ਉਸ ਨੂੰ ਪਕੜ ਲਿਆ ਅਤੇ ਉਸ ਨੂੰ ਦੋਸ਼ੀ ਠਹਿਰਾਇਆ। ਉਹ ਦਿਨ ਆ ਗਿਆ ਜਦੋਂ ਇਸ ਨੌਜਵਾਨ ਔਰਤ ਨੇ ਅਦਾਲਤ ਦੇ ਵਿੱਚ ਉਸ ਮਨੁੱਖ ਨੂੰ ਸਜ਼ਾ ਦਿੱਤੀ ਜਾਣ ਲਈ ਗਵਾਹ ਵਜੋਂ ਪੇਸ਼ ਹੋਣਾ ਸੀ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਜੱਜ ਜੋ ਕਿ ਉਸ ਸਜ਼ਾ ਦਾ ਹੁਕਮ ਦੇਣ ਜਾ ਰਿਹਾ ਸੀ, ਉਹ ਪੂਰੀ ਤਰ੍ਹਾਂ ਆਸ ਕਰਦਾ ਸੀ ਕਿ ਇਹ ਔਰਤ ਆਵੇਗੀ ਅਤੇ ਇਸ ਬਹੁਤ ਹੀ ਵਹਿਸ਼ੀ ਮਨੁੱਖ ਦੇ ਗੁੱਸੇ ਵਿੱਚ ਨਿੰਦਿਆ ਕਰੇਗੀ ਅਤੇ ਬਹੁਤ ਕਠੋਰਤਾ ਦੇ ਨਾਲ ਉਸ ਦੇ ਵਿਰੁੱਧ ਕੜਵੀ ਤੋਂ ਕੜਵੀ ਸਜ਼ਾ ਦੇਣ ਦੀ ਮੰਗ ਕਰੇਗੀ। ਇਹ ਤਾਂ ਬਹੁਤ ਹੀ ਸਮਝੀ ਜਾਣ ਵਾਲੀ ਮੰਗ ਸੀ। ਸਾਡੇ ਵਿੱਚੋਂ ਕੁਝ ਕੁ ਇੱਥੋਂ ਤੱਕ ਕਿ ਸਾਡੇ ਮਸੀਹੀ ਨੈਤਿਕਤਾ ਵਿੱਚ ਵੀ ਕੋਈ ਇਹੋ ਜਿਹੇ ਅਪਰਾਧ ਵੇਖਦੇ ਹਨ। ਸਾਡੇ ਦਿਲਾਂ ਵਿੱਚ ਜੋ ਵਿਚਾਰ ਹੁੰਦਾ ਹੈ ਤਦ ਅਸੀਂ ਇਹ ਆਸ ਕਰਦੇ ਹਾਂ ਕਿ ਉਸ ਨੂੰ ਸਭ ਕੁਝ ਜੋ ਵੀ ਉਸ ਦਾ ਬਣਦਾ ਹੈ ਉਸ ਨੂੰ ਮਿਲ ਸਕੇ, ਉਸ ਦੇ ਉੱਤੇ ਉਹ ਕਲੰਕ ਲਾਇਆ ਜਾਵੇ। ਪਰ ਇਹ ਨੌਜਵਾਨ ਔਰਤ ਮਸੀਹੀ ਸੀ ਅਤੇ ਉਹ ਅਦਾਲਤ ਦੇ ਵਿੱਚ ਆਈ ਅਤੇ ਆਖਿਆ, ਜੀ ਹਾਂ, ਜੋ ਸਮਾਜ ਇਸ ਮਨੁੱਖ ਤੋਂ ਉਸ ਨੂੰ ਬਚਾਏ ਜਾਣ ਦੀ ਜ਼ਰੂਰਤ ਹੈ, ਪਰ ਸਾਨੂੰ ਇਹ ਜਾਣਨਾ ਪੈਣਾ ਹੈ ਕਿ ਮੈਂ ਬਦਲਾ ਲੈਣ ਵਾਲੀ ਨਹੀਂ ਹਾਂ ਅਤੇ ਮੈਂ ਇਸ ਦੀ ਮੰਗ ਕਰਨ ਦੇ ਪਿੱਛੇ ਨਹੀਂ ਹਾਂ, ਕਿਉਂਕਿ ਮੈਂ ਜਾਣਦੀ ਹਾਂ ਇਹ ਸਭ ਉਸ ਨੂੰ ਬਦਲੇਗਾ ਜੋ ਵਾਪਰ ਚੁੱਕਾ ਹੈ ਅਤੇ ਉਹ ਸਭ ਮੇਰੇ ਲਈ ਜ਼ਾਹਿਰ ਤਰ੍ਹਾਂ ਹੋਵੇਗੀ। ਮੈਂ ਇਸ ਮਨੁੱਖ ਦੀ ਮਦਦ ਕਰਨ ਦੀ ਖੁਆਇਸ਼ ਰੱਖਦੀ ਹਾਂ। ਮੈਂ ਇਸ ਜਾਂਚ ਪੜਤਾਲ ਦੇ ਰਾਹੀਂ ਇਹ ਜਾਣਿਆ ਹੈ ਕਿ ਉਹ ਪੂਰੀ ਤਰ੍ਹਾਂ ਥੋੜ੍ਹਾ ਜਿਹਾ ਮੰਦਬੁੱਧੀ ਮਨੁੱਖ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਉਸ ਨੇ ਮਦਦ ਦੀ ਜ਼ਰੂਰਤ ਹੈ ਅਤੇ ਮੈਂ ਇਹ ਵੇਖਣ ਦੀ ਖੁਆਇਸ਼ ਰੱਖਦੀ ਹਾਂ ਕਿ ਉਹ ਇਸ ਮਦਦ ਨੂੰ ਆਪਣੇ ਵਾਸਤੇ ਪਾਵੇ, ਕਿਉਂਕਿ ਮੈਂ ਆਸ ਕਰਦੀ ਹਾਂ ਕਿ ਇੱਕ ਦਿਨ ਉਹ ਦੁਬਾਰਾ ਫਿਰ ਆਜ਼ਾਦ ਮਨੁੱਖ ਬਣ ਸਕੇ। ਮੈਂ ਨਹੀਂ ਚਾਹੁੰਦੀ ਕਿ ਉਹ ਕਸ਼ਟ ਭੋਗੇ। ਮੈਂ ਸਾਡੇ ਦੋਹਾਂ ਦੇ ਲਈ ਕਾਫੀ ਕਸ਼ਟ ਉਠਾ ਚੁੱਕੀ ਹਾਂ। ਮੈਂ ਇਹ ਚਾਹੁੰਦੀ ਹਾਂ ਜੋ ਉਸ ਦੇ ਸਰਬ ਉੱਤਮ ਫਾਇਦੇ ਵਾਸਤੇ ਅਤੇ ਪਰਮੇਸ਼ਰ ਦੀ ਮਦਦ ਨਾਲ ਮੈਂ ਉਸ ਨੂੰ ਮਾਫ ਕਰ ਦੇਵਾਂ ਚਾਹੁੰਦੀ ਹਾਂ। ਕਿ ਆਪ ਜਾਣਦੇ ਹੋ ਕਿ ਜਦੋਂ ਉਸ ਨੇ ਇਹ ਸ਼ਬਦ ਆਖੇ ਸਨ ਤਦ ਕੀ ਵਾਪਰਿਆ ਸੀ? ਜਦੋਂ ਇਹ ਆਖ ਰਹੀ ਸੀ ਉਸ ਜੱਜ ਦੇ ਚਿਹਰੇ ਤੇ ਹੇਠਾਂ ਹੰਝੂ ਵਗ ਰਹੇ ਸਨ। ਜੋ ਜੱਜ ਆਪਣੀ ਨਿਆਂ ਕੁਰਸੀ ਉੱਤੇ ਬੈਠਾ ਸੀ, ਜਦੋਂ ਕਿ ਉਹਨੇ ਬੇਕਾਬੂ ਹੋ ਕੇ ਸਿਸਕੀਆਂ ਭਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਅੰਤ ਵਿੱਚ ਉਸਨੇ ਆਪਣੇ ਆਪ ਨੂੰ ਕਾਬੂ ਵਿੱਚ ਕਰ ਲਿਆ ਸੀ ਤਦ ਉਸਨੇ ਇਸ ਤਰ੍ਹਾਂ ਆਖਿਆ ਸੀ, ਉਹ ਕਾਰਨ ਜਿਸ ਕਰਕੇ ਮੈਂ ਰੋ ਰਿਹਾ ਹਾਂ ਉਹ ਇਸ ਔਰਤ ਦੇ ਮਾਫ ਕਰਨ ਦੇ ਸੁਭਾਅ ਦੇ ਕਰਕੇ ਹੈ। ਇਸ ਤਰ੍ਹਾਂ ਦੇ ਦੁਸ਼ਟ ਅਪਰਾਧ ਦੇ ਸ਼ਿਕਾਰ ਹੋਏ ਇਨਸਾਨਾਂ ਲਈ ਇਸ ਤਰ੍ਹਾਂ ਦਾ ਮਾਫ ਕਰਨ ਵਾਲਾ ਤਰੀਕਾ ਰੱਖਣਾ ਬਹੁਤ ਹੀ ਸੁਭਾਵਿਕ ਹੈ ਅਤੇ ਮੈਂ ਸੋਚਦਾ ਹਾਂ ਕਿ ਇਹ ਉਸ ਸਭ ਤੋਂ ਸਰਬ ਉੱਤਮ ਦੀ ਪਰਛਾਈ ਹੈ ਜੋ ਮਨੁੱਖੀ ਸੁਭਾਅ ਦੇ ਅੰਦਰ ਪਾਈ ਜਾਂਦੀ ਹੋਵੇ। ਆਪ ਆਖਦੇ ਹੋ ਪਾਸਵਾਨ, ਇਹ ਮਨੁੱਖੀ ਸੁਭਾਅ ਨਹੀਂ ਹੈ ਕਿ ਉਹ ਇਸ ਤਰ੍ਹਾਂ ਦਾ ਕੁਝ ਕਰੇ। ਮੈਂ ਆਖਦਾ ਹਾਂ ਆਮੀਨ, ਇਹ ਇਸ ਤਰ੍ਹਾਂ ਨਹੀਂ ਹੈ। ਹੋਰ ਸਭ ਕੁਝ ਬਾਰੇ ਉਹ ਜੱਜ ਠੀਕ ਹੀ ਸੀ, ਸਿਵਾਏ ਇਸ ਦੇ ਕਿ ਇਸ ਤਰ੍ਹਾਂ ਦੇ ਕੰਮ ਕਰਨਾ ਮਨੁੱਖੀ ਨਹੀਂ ਹੈ। ਇਹ ਤਾਂ ਅਲੌਕਿਕ ਹੈ, ਇਹ ਤਾਂ ਮਸੀਹ ਵਰਗਾ ਹੈ। ਇਹ ਉਹ ਕੰਮ ਹੈ ਜੋ ਉਹ ਵਿਅਕਤੀ ਕਰਦਾ ਹੈ ਜੋ ਪਰਮੇਸ਼ਰ ਨੂੰ ਜਾਣਦਾ ਹੈ ਅਤੇ ਪਰਮੇਸ਼ਰ ਦੇ ਨਾਲ ਚੱਲਦਾ ਹੈ, ਕਿਉਂਕਿ ਉਹ ਪਵਿੱਤਰ ਆਤਮਾ ਨਾਲ ਭਰਪੂਰ ਹੈ। ਸਿਰਫ ਉਹ ਪਵਿੱਤਰ ਆਤਮਾ ਹੀ ਹੈ ਜੋ ਕਿਸੇ ਸੱਚਾਈ ਨੂੰ ਜਿਉਣ ਦੇ ਲਈ ਸਾਨੂੰ ਬਲ ਬਖਸ਼ਦਾ ਹੈ, ਜੋ ਮੱਤੀ ਦੀ ਅੰਜੀਲ ਦੇ ਇਸ ਭਾਗ ਵਿੱਚ ਅਧਿਐਨ ਕਰਦੇ ਆ ਰਹੇ ਹਾਂ। ਇਹ ਸੁਭਾਵਿਕ ਜੀਵਨ ਨਹੀਂ ਹੈ, ਇਹ ਤਾਂ ਅਲੌਕਿਕ ਜੀਵਨ ਹੈ। ਪਰ ਇਹ ਤਾਂ ਉਹ ਜੀਵਨ ਹੈ ਜੋ ਉਸ ਨੇ ਸਾਡੇ ਸਾਹਮਣੇ ਉਦੋਂ ਰੱਖਿਆ ਜਦੋਂ ਉਸ ਨੇ ਉਸ ਨੂੰ ਇਹ ਆਖਿਆ ਹੋਵੇ ਕਿ ਆਪਣੇ ਵੈਰੀ ਨਾਲ ਪਿਆਰ ਕਰ, ਆਪਣੇ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰ। ਇਹ ਪਰਮੇਸ਼ਰ ਦੀ ਸਮੁੱਚੀ ਸਿੱਖਿਆ ਹੈ।
ਆਮੀਨ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅਸੀਂ ਬਾਈਬਲ ਬਾਣੀ ਦੇ ਵਿੱਚੋਂ ਮੱਤੀ ਦੀ ਅੰਜੀਲ ਦੇ 5 ਅਧਿਆਇ ਦੀ 43 ਆਇਤ ਤੋਂ ਲੈ ਕੇ 47 ਆਇਤ ਤੱਕ ਦੇ ਵਚਨਾਂ ਦਾ ਅਧਿਐਨ ਕਰ ਰਹੇ ਸੀ। ਅੱਜ ਦੇ ਇਸ ਹਿੱਸੇ ਵਿੱਚ ਅਸੀਂ ਸਿੱਖਿਆ ਕਿ ਪ੍ਰਭੂ ਯਿਸੂ ਜੀ ਸਾਨੂੰ ਆਪਣੇ ਪਹਾੜੀ ਉਪਦੇਸ਼ ਵਿੱਚ ਇਹ ਸਿਖਾਉਂਦੇ ਹਨ ਕਿ ਸਾਨੂੰ ਉਹਨਾਂ ਦੇ ਨਾਲ ਵੀ ਭਲਾਈ ਕਰਨੀ ਚਾਹੀਦੀ ਹੈ ਜਿਹੜੇ ਸਾਨੂੰ ਸਤਾਉਂਦੇ ਹਨ ਅਤੇ ਸਾਨੂੰ ਤੰਗ ਕਰਦੇ ਹਨ। ਇਹ ਇੱਕ ਅਸੰਭਵ ਜਿਹਾ ਦਿਖਾਈ ਦੇਣ ਵਾਲਾ ਕੰਮ ਜਾਪਦਾ ਹੈ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਅਜਿਹੇ ਕਦਮਾਂ ਨੂੰ ਵੀ ਵੇਖਿਆ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਇਹ ਕਰ ਸਕਦੇ ਹਾਂ। ਪ੍ਰਭੂ ਯਿਸੂ ਮਸੀਹ ਜੀ ਦੇ ਅੱਜ ਦੇ ਵਚਨ ਤੋਂ ਅਸੀਂ ਇਹ ਵੀ ਸਿੱਖਿਆ ਕਿ ਸਾਨੂੰ ਆਪਣੇ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਅਸੀਂ ਸਿੱਖਿਆ ਕਿ ਸਾਡੇ ਲਈ ਕੋਈ ਵੀ ਕੰਮ ਅਧੂਰਾ ਨਹੀਂ ਹੋਣਾ ਚਾਹੀਦਾ। ਜੋ ਵੀ ਕੰਮ ਕਰੋ ਪੂਰੇ ਦਿਲ ਦੇ ਨਾਲ ਕਰੋ। ਜੋ ਵੀ ਕਰੋ ਇਸ ਤਰ੍ਹਾਂ ਕਰੋ ਕਿ ਅਸੀਂ ਆਪਣੇ ਪ੍ਰਭੂ ਯਿਸੂ ਜੀ ਦੇ ਲਈ ਕਰ ਰਹੇ ਹਾਂ, ਨਾ ਕਿ ਲੋਕਾਂ ਦੇ ਲਈ ਕਰ ਰਹੇ ਹਾਂ। ਇਸ ਤਰ੍ਹਾਂ ਅਸੀਂ ਇਹ ਸਾਬਿਤ ਕਰਦੇ ਹਾਂ ਕਿ ਅਸੀਂ ਸੱਚਮੁੱਚ ਪਰਮੇਸ਼ਰ ਦੇ ਘਰਾਣੇ ਦੇ ਲੋਕ ਹਾਂ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ, ਅੱਜ ਦੇ ਵਚਨ ਦੇ ਲਈ ਤੁਹਾਡਾ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਪਿਤਾ ਪਰਮੇਸ਼ਵਰ ਸਾਡੇ ਚਰਿੱਤਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਜਾ ਰਹੇ ਹੋ ਪ੍ਰਭੂ। ਤੁਹਾਡਾ ਵਚਨ ਸਾਡੇ ਜੀਵਨਾਂ ਦੇ ਵਿੱਚ ਇੱਕ ਖਾਸ ਜਗ੍ਹਾ ਬਣਾਉਂਦਾ ਜਾ ਰਿਹਾ ਪਿਤਾ। ਪ੍ਰਭੂ ਜੀ, ਅੱਜ ਦੇ ਵਚਨ ਵਿੱਚੋਂ ਅਸੀਂ ਸਿੱਖਿਆ ਕਿ ਸਾਨੂੰ ਆਪਣੇ ਵੈਰੀਆਂ ਨੂੰ ਮਾਫ ਕਰਨਾ ਚਾਹੀਦਾ। ਜਿਹੜੇ ਸਾਨੂੰ ਧੋਖਾ ਦਿੰਦੇ ਆ ਸਾਨੂੰ ਉਹਨਾਂ ਨੂੰ ਮਾਫ ਕਰਨਾ ਚਾਹੀਦਾ। ਜਿਹੜੇ ਸਾਨੂੰ ਸਤਾਉਂਦੇ ਆ ਉਹਨਾਂ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੇ ਲਈ ਭਲਾਈ ਕਰਨੀ ਚਾਹੀਦੀ ਹੈ। ਪਿਤਾ ਪਰਮੇਸ਼ਰ, ਹਾਲਾਂਕਿ ਜੋ ਸਾਨੂੰ ਦੁੱਖ ਦਿੰਦੇ ਹਨ ਉਹਨਾਂ ਦੇ ਲਈ ਪ੍ਰਾਰਥਨਾ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਲੱਗਦਾ ਹੈ ਔਰ ਉਹਨਾਂ ਲਈ ਭਲਾਈ ਕਰਨਾ ਸੱਚਮੁੱਚ ਇੱਕ ਅਸੰਭਵ ਜਿਹਾ ਕੰਮ ਲੱਗਦਾ ਹੈ। ਲੇਕਿਨ ਪ੍ਰਭੂ ਜੀ, ਤੁਸੀਂ ਚਾਹੁੰਦੇ ਹੋ ਕਿ ਅਸੀਂ ਉਹਨਾਂ ਦੇ ਉੱਤੇ ਆਪਣੀ ਕਿਰਪਾ ਕਰੀਏ, ਅਸੀਂ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰੀਏ, ਉਹਨਾਂ ਤੇ ਦਇਆ ਕਰੀਏ, ਤਾਂ ਕਿ ਪ੍ਰਭੂ ਜੀ ਜੋ ਤੁਹਾਡਾ ਚਰਿੱਤਰ ਹੈ ਅਸੀਂ ਇਸ ਸੰਸਾਰ ਦੇ ਲੋਕਾਂ ਨੂੰ ਦਿਖਾ ਸਕੀਏ। ਇਸ ਦੇ ਜ਼ਰੀਏ ਨਾ ਸਿਰਫ ਅਸੀਂ ਤੁਹਾਡੇ ਨਾਮ ਨੂੰ ਮਹਿਮਾ ਦਈਏ ਬਲਕਿ ਆਪਣੇ ਜੀਵਨਾਂ ਨੂੰ ਵੀ ਸੁਧਾਰ ਸਕੀਏ। ਅਸੀਂ ਹੋਰ ਜ਼ਿਆਦਾ ਤੁਹਾਡੇ ਲਈ ਭਰੋਸੇਮੰਦ ਬਣਦੇ ਜਾਈਏ, ਹੋਰ ਜ਼ਿਆਦਾ ਤੁਹਾਡੀ ਸੰਤਾਨ ਦਾ ਜੀਵਨ ਸਾਡੇ ਅੰਦਰ ਆਉਂਦਾ ਚਲਾ ਜਾਏ। ਜਿਸ ਤਰ੍ਹਾਂ ਪਿਤਾ ਪਰਮੇਸ਼ਵਰ ਅਸੀਂ ਤੁਹਾਡੇ ਬੱਚੇ ਬਣਦੇ ਜਾਂਦੇ ਹਾਂ ਪ੍ਰਭੂ ਜੀ, ਸਾਡਾ ਚਰਿੱਤਰ ਤੁਹਾਡੇ ਵਰਗਾ ਹੁੰਦਾ ਜਾਂਦਾ ਪ੍ਰਭੂ। ਧੰਨਵਾਦ ਕਰਦੇ ਹਾਂ, ਇੱਕ ਵੱਡਾ ਦਿਲ ਰੱਖਣਾ ਤੁਸੀਂ ਸਾਨੂੰ ਸਿਖਾਇਆ ਪ੍ਰਭੂ ਜੀ। ਹੁਣ ਦੋ ਪ੍ਰਭੂ, ਜਿੰਨੇ ਵੀ ਸਾਡੇ ਵਿੱਚੋਂ ਲੋਕ ਹਨ ਜਿਹੜੇ ਆਪਣੇ ਦੁਸ਼ਮਣਾਂ ਨੂੰ, ਆਪਣੇ ਦੁੱਖ ਦੇਣ ਵਾਲਿਆਂ ਨੂੰ ਅਜੇ ਤੱਕ ਮਾਫ ਨਹੀਂ ਕਰ ਸਕੇ ਜਾਂ ਉਹਨਾਂ ਦੇ ਖਿਲਾਫ ਨਫ਼ਰਤ ਨੂੰ ਲੈ ਕੇ ਬੈਠੇ ਆ, ਪਿਤਾ ਪਰਮੇਸ਼ਰ ਉਹਨਾਂ ਸਾਰਿਆਂ ਦੇ ਜੀਵਨ 'ਚ ਕੰਮ ਕਰੋ ਤਾਂ ਕਿ ਪਿਤਾ ਪਰਮੇਸ਼ਰ ਇਹ ਨਫ਼ਰਤ ਉਹਨਾਂ ਦੇ ਲਈ ਪ੍ਰਭੂ ਜੀ ਕੋਈ ਬਿਮਾਰੀ ਦਾ, ਕੋਈ ਕਮਜ਼ੋਰੀ ਦਾ ਕਾਰਨ ਨਾ ਬਣ ਸਕੇ, ਬਲਕਿ ਉਹਨਾਂ ਨੂੰ ਪੂਰੀ ਤਰ੍ਹਾਂ ਮਾਫ ਕਰਕੇ ਪ੍ਰਭੂ ਤੁਹਾਡੀ ਸੰਤਾਨ ਵਰਗੇ ਹੋ ਜਾਣ। ਪ੍ਰਭੂ ਜੀ, ਤੁਹਾਡਾ ਧੰਨਵਾਦ ਇੱਕ ਵਾਰ ਫਿਰ ਤੋਂ ਕਰਦੇ ਹਾਂ ਇਸ ਸੱਚੇ ਵਚਨ ਵਾਸਤੇ। ਇਸ ਵਚਨ ਦੇ ਅਨੁਸਾਰ ਸਾਨੂੰ ਔਰ ਸਾਡੇ ਸਾਰੇ ਇਸ ਪ੍ਰੋਗਰਾਮ ਨੂੰ ਵੇਖਣ ਵਾਲੇ ਦਰਸ਼ਕਾਂ ਨੂੰ ਬੜੀ ਆਸ਼ੀਸ਼ ਅਤੇ ਬਰਕਤ ਦਿਓ। ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।